Welcome student at HK Study Channel. Today we are going to start our chapter 6, Our Country India. Our country India has a vast geographical expanse. There is Himalayas in the north and the Indian Ocean in the south, the Arabian Sea in the west and the Bay of Bengal in the east. Our country India is a peninsula. ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੀ ਕੰਟਰੀ ਜਿਹੜੀ ਹੈ ਬਹੁਤ ਜ਼ਿਆਦਾ ਵਾਸਟ ਜਿਓਗ੍ਰਾਫੀਕਲ ਐਕਸਪੈਂਸ ਹੈ। ਇੱਥੇ ਸਾਡੀ ਕੰਟਰੀ ਦੇ ਨਾਰਥ ਵਾਲੀ ਸਾਈਡ ਹਿਮਾਲਿਆ ਹੈ ਔਰ ਸਾਊਥ ਵਾਲੀ ਸਾਈਡ ਇੰਡੀਅਨ ਓਸ਼ਨ ਹੈ। ਕੰਟਰੀ ਦੇ ਵੈਸਟ ਸਾਈਡ ਅਰੇਬੀਅਨ ਸੀ ਹੈ ਔਰ ਇਸ ਦੇ ਈਸਟ ਸਾਈਡ ਬੇ ਆਫ ਬੰਗਾਲ ਹੈ ਅਤੇ ਸਾਡੀ ਕੰਟਰੀ ਇੱਕ ਪੈਨੀਸੂਲਾ ਹੈ, ਮੀਨਸ ਇਸ ਦੇ 3 ਸਾਈਡ ਵਾਟਰ ਹੈ, ਰਾਈਟ। India has an area of about 3.28 million square kilometers. The north-south extent from Ladakh to Kanyakumari is about 3,200 kilometers. The east-west extent from Arunachal Pradesh to Kutch is about 2,900 kilometers. Right? ਹੁਣ ਇਹਦੇ ਬਾਰੇ ਥੋੜਾ ਅਸੀਂ ਸਮਝਦੇ ਹਾਂ ਮੈਪ ਤੋਂ ਕਿ ਸਾਡੀ ਕੰਟਰੀ ਦਾ ਜਿਹੜਾ ਏਰੀਆ ਹੈ ਕਿਸ ਤਰ੍ਹਾਂ ਹੈ। ਸਾਡੀ ਕੰਟਰੀ ਦਾ ਜਿਹੜਾ ਪੂਰਾ ਏਰੀਆ ਹੈ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੈ, ਇਹ ਹੈ 3.28 ਮਿਲੀਅਨ ਸਕੁਏਅਰ ਕਿਲੋਮੀਟਰ। ਪੂਰਾ ਏਰੀਆ ਸਾਡੀ ਕੰਟਰੀ ਦਾ ਇੰਨਾ ਹੈ ਔਰ ਇਸ ਦੀ ਜਿਹੜੀ ਨਾਰਥ ਤੋਂ ਵੈਸਟ ਤੱਕ ਐਕਸਟੈਂਟ ਹੈ, ਡਿਸਟੈਂਸ ਹੈ, ਉਹ ਕਿੰਨਾ ਹੈ। ਨਾਰਥ ਤੋਂ ਵੈਸਟ ਤੱਕ ਜਿਹੜਾ ਐਕਸਟੈਂਟ ਹੈ 3,200 ਕਿਲੋਮੀਟਰਸ ਹੈ। ਮੀਨਸ ਇਹ ਡਿਸਟੈਂਸ ਜਿਹੜਾ ਹੈ ਨਾਰਥ ਤੋਂ ਸਾਊਥ ਤੱਕ ਦਾ 3,200 ਕਿਲੋਮੀਟਰਸ ਹੈ ਔਰ ਈਸਟ ਵਾਲੀ ਸਾਈਡ ਤੋਂ ਵੈਸਟ ਵਾਲੀ ਸਾਈਡ ਤੱਕ ਜਿਹੜਾ ਇਹ ਡਿਸਟੈਂਸ ਹੈ ਇਹ ਕਿੰਨਾ ਹੈ, ਇਹ ਹੈ 2,900 ਕਿਲੋਮੀਟਰ, ਰਾਈਟ। ਇਹ ਸਾਡੀ ਕੰਟਰੀ ਦਾ ਟੋਟਲ ਏਰੀਆ 3.28 ਮਿਲੀਅਨ ਸਕੁਏਅਰ ਕਿਲੋਮੀਟਰ ਹੈ। ਨਾਰਥ ਤੋਂ ਵੈਸਟ ਵਾਲੀ ਸਾਈਡ ਜਿਹੜਾ ਹੈ 3,200 ਕਿਲੋਮੀਟਰ ਹੈ ਔਰ ਈਸਟ ਤੋਂ ਵੈਸਟ ਵਾਲੀ ਸਾਈਡ ਜਿਹੜਾ ਹੈ 2,900 ਕਿਲੋਮੀਟਰ ਸਾਡੀ ਕੰਟਰੀ ਦਾ ਏਰੀਆ ਹੈ। ਸਾਡੀ ਕੰਟਰੀ ਕਾਫੀ ਜ਼ਿਆਦਾ ਏਰੀਆ ਵਿੱਚ ਫੈਲੀ ਹੋਈ ਹੈ। ਵਰਲਡ ਦੇ ਵਿੱਚ ਸਾਡੀ ਕੰਟਰੀ 7th ਨੰਬਰ 'ਤੇ ਆਉਂਦੀ ਹੈ ਏਰੀਏ ਦੀ ਅਗਰ ਅਸੀਂ ਗੱਲ ਕਰਦੇ ਹਾਂ। ਤਾਂ ਅਸੀਂ ਮੈਪ ਦੇ ਵਿੱਚ ਦੇਖਿਆ ਸਾਡੀ ਕੰਟਰੀ ਦਾ ਬਹੁਤ ਜ਼ਿਆਦਾ ਵਿਸਥਾਰ ਹੈ। ਜਿੱਥੇ ਸਾਡੀ ਕੰਟਰੀ ਦੇ ਵਿੱਚ ਅਲੱਗ-ਅਲੱਗ ਲੈਂਡਫਾਰਮਸ ਹਨ, ਉੱਥੇ ਹੀ ਸਾਡੀ ਕੰਟਰੀ ਦੇ ਵਿੱਚ ਅਲੱਗ-ਅਲੱਗ ਕਲਚਰ ਦੇ, ਟ੍ਰੈਡੀਸ਼ਨ ਦੇ, ਲੈਂਗੁਏਜ ਦੇ ਲੋਕ ਰਹਿੰਦੇ ਹਨ। ਇੱਥੋਂ ਤੱਕ ਕਿ ਸਾਡੇ ਵੈਦਰ ਕੰਡੀਸ਼ਨਸ, ਵਾਈਲਡ ਲਾਈਫ, ਵੈਜੀਟੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਭਿੰਨਤਾ ਪਾਈ ਜਾਂਦੀ ਹੈ। ਪਰ ਇਹ ਸਭ ਕੁਛ ਦੇ ਹੁੰਦੇ ਹੋਏ ਵੀ ਸਾਡੀ ਕੰਟਰੀ ਦੇ ਵਿੱਚ ਸਭ ਯੂਨਿਟੀ ਦੇ ਨਾਲ ਰਹਿ ਰਹੇ ਹਨ। ਸਾਡੀ ਕੰਟਰੀ ਇੰਡੀਆ ਦੇ ਵਿੱਚ 130 ਕਰੋੜ ਤੋਂ ਉੱਪਰ ਸਾਡੀ ਪਾਪੂਲੇਸ਼ਨ ਹੈ। ਵਰਲਡ ਦੇ ਵਿੱਚ ਸਾਡੀ ਕੰਟਰੀ ਜਿਹੜੀ ਹੈ 2nd ਨੰਬਰ 'ਤੇ ਆਉਂਦੀ ਹੈ। ਇੰਡੀਆ ਇਜ਼ ਦਾ 2nd ਮੋਸਟ ਪਾਪੂਲਸ ਕੰਟਰੀ ਆਫ ਦਾ ਵਰਲਡ ਆਫਟਰ ਚਾਈਨਾ। 1st ਨੰਬਰ 'ਤੇ ਚਾਈਨਾ ਹੈ, 2nd ਨੰਬਰ 'ਤੇ ਸਾਡੀ ਕੰਟਰੀ ਇੰਡੀਆ ਦਾ ਨਾਮ ਆਉਂਦਾ ਹੈ ਅਗਰ ਅਸੀਂ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ। ਨੈਕਸਟ ਹੈ ਲੋਕੇਸ਼ਨਲ ਸੈਟਿੰਗ। ਇੰਡੀਆ ਦੀ ਲੋਕੇਸ਼ਨਲ ਸੈਟਿੰਗ ਕਿਸ ਤਰ੍ਹਾਂ ਹੈ। ਇੰਡੀਆ ਇਜ਼ ਲੋਕੇਟਡ ਇਨ ਦਾ ਨਰਦਰਨ ਹੈਮੀਸਫੀਅਰ। ਜਿਸ ਤਰ੍ਹਾਂ ਅਸੀਂ ਲਾਸਟ ਚੈਪਟਰ ਦੇ ਵਿੱਚ ਪੜ੍ਹਿਆ, ਅਸੀਂ ਨਾਰਦਰਨ ਹੈਮੀਸਫੀਅਰ, ਸਦਰਨ ਹੈਮੀਸਫੀਅਰ ਬਾਰੇ ਜਾਣਿਆ। ਇੰਡੀਆ ਜਿਹੜਾ ਹੈ ਇਹ ਨਰਦਰਨ ਹੈਮੀਸਫੀਅਰ ਵਿੱਚ ਹੈ ਕਿਉਂਕਿ ਟ੍ਰੋਪਿਕ ਆਫ ਕੈਂਸਰ ਜਿਹੜੀ ਹੈ ਉਸ ਇੰਡੀਆ ਦੇ ਸੈਂਟਰ ਦੇ ਵਿੱਚ ਪਾਸ ਹੋ ਰਹੀ ਹੈ ਔਰ ਜਿਹੜੀ ਇਕੁਏਟਰ ਹੈ, ਇਕੁਏਟਰ ਤੋਂ ਸਾਡੀ ਕੰਟਰੀ ਨਾਰਥ ਵਾਲੀ ਸਾਈਡ ਹੈ, ਰਾਈਟ। The Tropic of Cancer 23 degree 30 minute N passes almost from the center of the country, right? Center ਦੇ ਵਿੱਚ ਸਾਡੀ ਜਿਹੜੀ ਕੰਟਰੀ ਤੋਂ Tropic of Cancer ਪਾਸ ਹੋ ਰਹੀ ਹੈ। From south to north, India lies between 8 degree 4 minute N and 37 degree 6 minute N latitude. ਸਾਡੀ ਕੰਟਰੀ ਜਿਹੜੀ ਹੈ ਇਕੁਏਟਰ ਤੋਂ ਉੱਪਰ 8 degree 4 minute N ਤੋਂ ਸਾਡੀ ਕੰਟਰੀ ਸਟਾਰਟ ਹੁੰਦੀ ਹੈ ਔਰ ਕਿੱਥੇ ਤੱਕ ਇਸ ਦਾ ਵਿਸਥਾਰ ਹੈ। ਨਾਰਥ ਵਾਲੀ ਸਾਈਡ 37 degree 6 minute N, ਇੱਥੇ ਤੱਕ ਸਾਡੀ ਕੰਟਰੀ ਜਿਹੜੀ ਹੈ ਉਹ ਫੈਲੀ ਹੋਈ ਹੈ। ਇਹ ਸਾਡੀ ਕੰਟਰੀ ਇੱਥੇ ਤੱਕ ਹੈ, ਰਾਈਟ। ਨੈਕਸਟ ਹੈ ਫਰੋਮ ਵੈਸਟ ਟੂ ਈਸਟ ਇੰਡੀਆ ਐਕਸਟੈਂਡਸ ਬਿਟਵੀਨ 68 degree 7 E and 97 degree 25 E ਲੌਂਗੀਟਿਊਡਸ। ਹੁਣ ਅਸੀਂ ਅਗਰ ਇਸ ਲੌਂਗੀਟਿਊਡ ਦੀ ਗੱਲ ਕਰਦੇ ਹਾਂ, ਇਸ ਸਾਈਡ ਲੌਂਗੀਟਿਊਡਸ ਹਨ, ਇਹ ਲੌਂਗੀਟਿਊਡ ਹੈ ਔਰ ਸਾਡੀ ਕੰਟਰੀ ਜਿਹੜੀ ਹੈ ਵੈਸਟ ਟੂ ਈਸਟ ਇੰਡੀਆ ਐਕਸਟੈਂਡਸ ਬਿਟਵੀਨ ਦਾ, ਇਹ ਜਿਹੜਾ ਲੌਂਗੀਟਿਊਡ ਹੈ 68 ਡਿਗਰੀ ਈਸਟ ਵਾਲੀ ਸਾਈਡ ਹੈ ਤੋਂ ਸਟਾਰਟ ਹੁੰਦੀ ਹੈ
और कितने तक है इसका विस्तार इंडिया का 97 डिग्री 25 मिनट ईस्ट वाली साइड तक कंट्री जी फैली हुई है। राइट, इस तरह असीं ये जाना लॉन्गीट्यूड के बारे में। हुण तुसीं ये भी पिछे चैप्टर दे विच रीड कीता सी कि हरेक लॉन्गीट्यूड दे विच जदों लॉन्गीट्यूड सन तो जिस तरह असीं प्राइम मैरिडियन नूं 0 डिग्री मानते हाँ, हरेक लॉन्गीट्यूड ते 4 मिनट के टाइम का फर्क पै जांदा, लोकल टाइम के 4 मिनट का फर्क पैंदा, 4 मिनट का फर्क पैंदा। फिर साडी कंट्री विच किस तरह जिहड़ा टाइम सैट किया गया है, इस दे लई द लोकल टाइम ऑफ लॉन्गीट्यूड 82 डिग्री 30 ईस्ट हैज़ बीन टेकन एज द इंडियन स्टैंडर्ड टाइम। इंडियन स्टैंडर्ड टाइम नूं सैट किया गया है, जिहड़ा ये वाला लॉन्गीट्यूड है, ये वाला लॉन्गीट्यूड 82 डिग्री 30 मिनट ईस्ट वाली साइड नूं जिहड़ा इसनूं इंडियन स्टैंडर्ड टाइम ये अकॉर्डिंग सैट किया गया। जो इस लॉन्गीट्यूड ते टाइम हुंदा है उही सारी कंट्री दे विच टाइम जिहड़ा मन्निया जांदा है। राइट, नैक्सट है इंडियाज़ नेबर। हुण इंडिया के नेबर किहड़े किहड़े ने, इहदे बारे असीं गल करदे हां। देयर आर 7 नेबर कंट्रीज दैट शेयर देयर लैंड बाउंड्रीज विद इंडिया। फर्स्ट है पाकिस्तान, अफगानिस्तान, थर्ड चाइना, फोर्थ नेपाल, फिफ्थ है भूटान, सिक्स्थ बांग्लादेश और सैवंथ म्यांमार। ये साडी कंट्री के जिहड़े 7 नेबरस हैगे है जिहड़े अपना लैंड बॉर्डर इंडिया के नाल शेयर करते हैं। इस तो इलावा श्रीलंका है, साडी कंट्री के नाल श्रीलंका का लैंड बॉर्डर शेयर नहीं हुंदा, पर फिर भी जिहड़ा श्रीलंका है साडा एक नज़दीकी कंट्री है तो ये इंडियन ओशन दे विच है। राइट, नैक्सट है पोलिटिकल एंड एडमिनिस्ट्रेटिव डिवीजन। इंडिया इज़ डिवाइडेड इंटू 28 स्टेट्स एंड 8 यूनियन टेरेटरीज। पूरी कंट्री नूं जिहड़ा है 28 स्टेट्स और 8 यूनियन टेरेटरी विच डिवाइड किया गया है। तुहानूं पता है कि JNK पहला एक स्टेट सी, पर इसनूं थोड़ा समा पहला ही जिहड़ा यूनियन टेरेटरी विच चेंज कर दिता गया है। और पंजाब ते हरियाणा इन्हां दोनों की एक ही कैपिटल है। ये 2 अजिहियां स्टेट्स हैं जिन्हां की कैपिटल एक ही है। राइट, हुण गल आंदी है 8 यूनियन टैरेटरीज किहड़ियां हन। JNK ये 8 यूनियन टैरेटरीज 2 हन। फस्ट है जम्मू एंड कश्मीर, उस तो बाद है लद्दाख। फस्ट नंबर ते जम्मू एंड कश्मीर, सैकेंड ते लद्दाख, थर्ड है यूनियन टैरेटरीज चंडीगढ़, थर्ड नंबर। फोर्थ नंबर है दिल्ली, फिफ्थ नंबर है दादरा एंड नगर हवेली दमन एंड दीव, फिफ्थ नंबर यूनियन टेरेटरीज है। सिक्स्थ नंबर लक्षद्वीप, सेवंथ है पुडुचेरी, एट्थ है अंडमान निकोबार। राइट, इस तरह जिहड़ियां 8 यूनियन टेरेटरीज हैं साडी कंट्री नूं 8 यूनियन टेरेटरीज और 28 स्टेट्स दे विच डिवाइड किया गया है। नैक्सट है फिजिकल डिवीजन। कंट्री की फिजिकल डिवीजन किस तरह है। देयर इज़ हिमालय इन द नॉर्थ ऑफ द कंट्री। हुण कंट्री की नॉर्थ वाली साइड हिमालय है। हिमालय मीनस द अवॉर्ड ऑफ स्नो। हिमालय मीनस है बर्फ का घर। द हिमालयन माउंटेन्स आर डिवाइडेड इंटू 3 पैरेलल रेंजेस, दैट इज़ ग्रेट हिमालय, मिडल हिमालय एंड शिवालिक माउंटेन्स। जिहड़ी हिमालय है उसनूं 3 पैरेलल रेंजेस में डिवाइड किया गया है। किस तरह डिवाइड किया गया है। ये हिमालय है, सब तो उपर वाली रेंज नूं ग्रेट हिमालय कहा जाता, इसनूं हिमाद्री कहा जाता है। उस तो बाद है मिडल हिमालय जिस विच काफ़ी हिल स्टेशन जिहड़े आते हैं। उस तो बाद है शिवालिक, जिहड़ा सब तो नीचे वाली साइड है, सरदन साइड है, उसनूं शिवालिक हिल्स इत्थे हैगियां, उसनूं थर्ड जिहड़ी रेंज है हिमालय की वो मन्निया जाता है। राइट, नैक्सट है द नर्दन इंडियन प्लेन्स लाई टू द साउथ ऑफ द हिमालयाज। These are formed by the alluvial deposits laid down by the rivers, the Indus, the Ganga and the Brahmaputra and their tributaries. ਹੁਣ प्लैन्स कित्थे हैगे आ। हिमालय दे सरदन साइड जिहड़ा है ग्रेट इंडियन प्लैन्स हैगे आ। इत्थे जिहड़ी है डिपॉजिट की गई है, एलोवियल डिपॉजिट है। मिट्टी जिहड़ी है वो लियांदी गई है गंगा ते ब्रह्मपुत्रा रिवर द्वारा जिहड़ी मिट्टी लियांदी गई है बहुत ज़्यादा फर्टाइल है, उपजाऊ, इस करके इत्थे फसल की
ਪੈਦਾਵਾਰ ਚੰਗੀ ਹੁੰਦੀ ਹੈ, ਇਸ ਕਰਕੇ ਇੱਥੇ ਜਿਹੜੀ ਵਸੋਂ ਬਹੁਤ ਜ਼ਿਆਦਾ ਸੰਘਣੀ ਹੈ। ਇੰਡੀਅਨ ਪਲੇਨਸ ਜਿਹੜੇ ਆ ਵਰਲਡ ਦੇ ਵਿੱਚ ਫੇਮਸ ਹੈਗੇ ਆ ਇੱਥੋਂ ਦੀ ਫਰਟੀਲਿਟੀ ਦੇ ਕਾਰਨ। ਇਹ ਨਰਦਰਨ ਸਾਈਡ ਹੈਗੇ। देयर इज़ अ ग्रेट इंडियन डेजर्ट इन द वैसटर्न पार्ट ऑफ द कंट्री ਦੀ ਵੈਸਟਰਨ ਸਾਈਡ ਜਿਹੜਾ ਗ੍ਰੇਟ ਇੰਡੀਅਨ ਡੈਜ਼ਰਟ ਹੈ, ਅਸੀਂ ਮੈਪ ਦੇ ਵਿੱਚ ਦੇਖਦੇ ਹਾਂ। ਇਹ ਵਾਲਾ ਜਿਹੜਾ ਪਾਰਟ ਹੈ ਇੱਥੇ ਡੈਜ਼ਰਟ ਹੈ, ਇੱਥੇ ਵੈਜੀਟੇਸ਼ਨ ਬਹੁਤ ਘੱਟ ਪਾਈ ਜਾਂਦੀ ਹੈ ਤੇ ਇੱਥੇ ਜਿਹੜਾ ਵੈਦਰ ਹੈ ਹਮੇਸ਼ਾ ਗਰਮ ਹੀ ਰਹਿੰਦਾ ਹੈ, ਰਾਈਟ। ਔਰ ਜਿਹੜੀ ਇੱਥੇ ਦੀ ਮਿੱਟੀ ਹੈ ਉਹ ਰੇਤਲੀ ਮਿੱਟੀ ਪਾਈ ਜਾਂਦੀ ਹੈ। ਨੈਕਸਟ ਹੈ To the south of the northern plains lies the peninsular plateau. It is triangular in shape. The Aravalli Hills, the Vindhyas, the Satpuras are the important hill ranges. Narmada and Tapi rivers flow through these ranges. These are west-flowing rivers. The western Ghats or Shyadri border the plateau in the west and the eastern Ghats provide the eastern boundary. The eastern coastal plains are much broader than the western coastal plain. The rivers Mahanadi, Godavari, Krishna and Kaveri drain into Bay of Bengal. These rivers form the delta. The Sundarban delta is formed by the Ganga and Brahmaputra rivers. ਹੁਣ ਕੀ ਹੈ ਕਿ ਕੰਟਰੀ ਦੇ ਸਰਦਰਨ ਸਾਈਡ ਜਿਹੜਾ ਹੈਗਾ ਉੱਥੇ ਪੈਨੀਸੂਲਰ ਪਲੇਟਿਊ ਹੈ, ਮੀਨਸ ਇੱਕ ਪਲੇਟਿਊ ਹੈ ਜਿਸ ਨੂੰ ਪਠਾਰ ਕਿਹਾ ਜਾਂਦਾ ਹੈ, ਔਰ ਪੈਨੀਸੂਲਰ ਹੈ, ਤਿੰਨ ਸਾਈਡ ਇਸ ਦੇ ਵਾਟਰ ਹੈ। ਇਟ ਇਜ਼ ਟਰਾਈਐਂਗੂਲਰ ਇਨ ਸ਼ੇਪ, ਇਸ ਦੀ ਟਰਾਈਐਂਗੂਲਰ ਸ਼ੇਪ, ਇਸ ਤਰ੍ਹਾਂ ਤੁਸੀਂ ਮੈਪ ਦੇ ਵਿੱਚ ਦੇਖਿਆ ਹੀ ਹੋਏਗਾ। ਇੱਥੇ ਬਹੁਤ ਪੁਰਾਣੀਆਂ ਜਿਹੜੀਆਂ ਹਿਲਸ ਹੈਗੀਆਂ, ਵੈਲੀਜ਼ ਪਾਈ ਜਾਂਦੀਆਂ ਹਨ। ਅਰਾਵਲੀ ਜਿਹੜੀ ਹਿਲਸ ਹੈ ਵਰਲਡ ਦੀ ਸਭ ਤੋਂ ਓਲਡੈਸਟ ਜਿਹੜੀਆਂ ਰੇਂਜਸ ਪਾਈ ਜਾਂਦੀ ਹੈ, ਉਹਦੇ ਵਿੱਚ ਇਹਦਾ ਨਾਂ ਅਰਾਵਲੀ ਦਾ ਨਾਮ ਆਉਂਦਾ ਹੈ। ਇਸ ਤੋਂ ਇਲਾਵਾ ਵਿੰਧਿਆ, ਸਤਪੁੜਾ, ਅਦਰ ਇੰਪੋਰਟੈਂਟ ਹਿਲ ਰੇਂਜਸ ਹੈਗੀਆਂ। ਨਰਮਦਾ ਐਂਡ ਤਾਪੀ ਰਿਵਰਸ ਫਲੋ ਥਰੂ ਦੀਜ਼ ਰੇਂਜਸ। ਇਹਨਾਂ ਜਿਹੜੀਆਂ ਪਹਾੜੀਆਂ ਹੈ ਇੱਥੇ ਨਰਮਦਾ ਅਤੇ ਤਾਪੀ ਰਿਵਰ ਜਿਹੜੀਆਂ ਵਗਦੀਆਂ ਹਨ, ਇਹ ਦੋ ਰਿਵਰ ਹੀ ਹਨ ਜਿਹੜੀਆਂ ਸਰਦਰਨ ਪਾਰਟ ਦੇ ਕੰਟਰੀ ਦੇ ਸਰਦਰਨ ਪਾਰਟ ਵਿੱਚ ਹਨ ਤੇ ਜਿਹੜੀਆਂ ਵੈਸਟ ਫਲੋਇੰਗ ਰਿਵਰਸ ਹਨ। ਇਸ ਤੋਂ ਇਲਾਵਾ ਜਿਹੜੀਆਂ ਹੋਰ ਰਿਵਰਸ ਹਨ ਉਹ ਸਾਰੀਆਂ ਈਸਟ ਵਾਲੀ ਸਾਈਡ ਨੂੰ ਫਲੋ ਕਰਦੀਆਂ ਹਨ ਔਰ ਬੇ ਆਫ ਬੰਗਾਲ ਦੇ ਵਿੱਚ ਉਹਨਾਂ ਦਾ ਜਿਹੜਾ ਵਾਟਰ ਜਾਂਦਾ ਹੈ। ਦ ਵੈਸਟਰਨ ਘਾਟਸ ਔਰ ਸ਼ਿਆਦਰੀ ਬਾਰਡਰ ਦਾ ਪਲੇਟਿਊ ਇਨ ਦਾ ਵੈਸਟ। ਹੁਣ ਵੈਸਟਰਨ ਘਾਟ ਜਿਹੜਾ ਆ ਉਹ ਇਸ ਪਲੇਟਿਊ ਨੂੰ ਵੈਸਟ ਸਾਈਡ ਤੋਂ ਬਾਰਡਰ ਜਿਹੜਾ ਦਿੰਦਾ ਹੈ ਔਰ ਦਾ ਈਸਟਰਨ ਘਾਟਸ ਪ੍ਰੋਵਾਈਡ ਦਾ ਈਸਟਰਨ ਬਾਉਂਡਰੀ। ਔਰ ਜਿਹੜਾ ਈਸਟਰਨ ਘਾਟ ਹੈ ਉਹ ਈਸਟਰਨ ਸਾਈਡ ਨੂੰ ਬਾਉਂਡਰੀ ਦਿੰਦਾ ਹੈ। ਦਾ ਈਸਟਰਨ ਕੋਸਟਲ ਪਲਾਨ ਆਰ ਮਚ ਬ੍ਰੌਡਰ ਦੈਨ ਦਾ ਵੈਸਟਰਨ ਕੋਸਟਲ ਪਲਾਨ। ਔਰ ਜਿਹੜਾ ਈਸਟਰਨ ਕੋਸਟਲ ਪਲਾਨ ਹੈ ਉਹਦੇ ਵੈਸਟਰਨ ਕੋਸਟਲ ਪਲਾਨ ਦੇ ਨਾਲ ਜ਼ਿਆਦਾ ਚੌੜਾ ਹੈ। ਇੱਥੇ ਹੀ ਰਿਵਰ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਵੇਰੀ ਇਸ ਹੀ ਸਾਈਡ ਹਨ ਤੇ ਬੇ ਆਫ ਬੰਗਾਲ ਦੇ ਵਿੱਚੋਂ ਪੈਂਦੀਆਂ ਹਨ। ਥੀਸ ਰਿਵਰਸ ਫਾਰਮ ਦਾ ਡੈਲਟਾ, ਤੇ ਇਹ ਰਿਵਰ ਜਿਹੜੀਆਂ ਡੈਲਟਾ ਬਣਾਉਂਦੀਆਂ ਹਨ। ਤੇ ਸੁੰਦਰਬਨ ਡੈਲਟਾ ਜਿਹੜਾ ਵਰਲਡ ਦਾ ਫੇਮਸ ਡੈਲਟਾ ਹੈ ਗੰਗਾ ਬ੍ਰਹਮਪੁੱਤਰ ਰਿਵਰ ਨੇ ਬਣਾਇਆ ਹੋਇਆ ਹੈ। ਹੁਣ ਅਸੀਂ ਇੱਥੇ ਰੀਡ ਤੇ ਕਰ ਲਿਆ, ਪਰ ਜਿੰਨਾ ਚਿਰ ਅਸੀਂ ਮੈਪ ਦੇ ਵਿੱਚ ਨਹੀਂ ਦੇਖਾਂਗੇ ਸਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਏਗਾ ਕਿ ਕਿੱਥੇ ਬੇ ਆਫ ਬੰਗਾਲ ਹੈ, ਕਿੱਥੇ ਜਿਹੜੀਆਂ ਰਿਵਰ ਜਿਹੜੀਆਂ ਆਪਣਾ ਵਾਟਰ ਦਿੰਦੀਆਂ ਹਨ, ਕਿਹੜੀਆਂ ਟ੍ਰਿਬਿਊਟਰੀਜ਼ ਹਨ। ਹੁਣ ਅਸੀਂ ਇਸ ਦੇ ਬਾਰੇ ਗੱਲ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇੱਥੇ ਦੇਖ ਚੁੱਕੇ ਹਾਂ ਕਿ ਇੱਧਰ ਗ੍ਰੇਟ ਹਿਮਾਲਿਆ ਹੈ, ਇੰਡੀਅਨ ਪਲੇਨਸ ਹੈਗੇ ਆ, ਡੈਜ਼ਰਟ ਹੈ, ਔਰ ਇਸ ਤੋਂ ਬਾਅਦ ਇਹ ਜਿਹੜਾ ਏਰੀਆ ਰਹਿ ਜਾਂਦਾ ਟਰਾਈਐਂਗੂਲਰ ਸ਼ੇਪ ਦਾ, ਇਸ ਨੂੰ ਪੈਨੀਸੂਲਾ ਪਲੇਟਿਊ ਬੋਲਿਆ ਜਾਂਦਾ ਹੈ। ਇੱਥੇ ਹੀ ਜਿਹੜੀਆਂ ਸਭ ਤੋਂ ਓਲਡੈਸਟ ਅਰਾਵਲੀ ਹਿਲਸ ਇੱਥੇ ਵੀ ਹੈ ਔਰ ਇੱਥੇ ਵਿੰਧਿਆ ਸਤਪੁੜਾ ਜਿਹੜੀਆਂ ਓਲਡੈਸਟ ਵਰਲਡਸ ਓਲਡੈਸਟ ਜਿਹੜੀਆਂ ਹਿਲਸ ਹੈਗੀਆਂ। ਇੱਥੇ ਹੀ ਜਿਹੜੀ ਨਰਮਦਾ ਔਰ ਤਾਪੀ ਰਿਵਰ ਹੈਗੀਆਂ, ਇਹ ਦੋ ਰਿਵਰ ਹੈਗੀਆਂ, ਨਰਮਦਾ ਔਰ ਤਾਪੀ ਰਿਵਰ ਜਿਹੜੀਆਂ ਵੈਸਟ ਫਲੋਇੰਗ ਰਿਵਰ ਹੈਗੀਆਂ ਔਰ ਅਰੇਬੀਅਨ ਸੀ ਦੇ ਵਿੱਚ ਇਹਨਾਂ ਦਾ ਵਾਟਰ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਜਿਹੜੀਆਂ ਰਿਵਰਸ ਹੈ ਜਿਵੇਂ ਕਿ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਵੇਰੀ, ਇਹ ਬੇ ਆਫ ਬੰਗਾਲ ਦੇ ਸਾਈਡ ਇਹਨਾਂ ਦਾ ਵਾਟਰ ਜਾਂਦਾ ਹੈ, ਈਸਟ ਫਲੋਇੰਗ ਰਿਵਰਸ ਹੈਗੀਆਂ। ਇਸ ਤੋਂ ਇਲਾਵਾ ਜਿਹੜਾ ਇਹ ਵੈਸਟਰਨ ਘਾਟ ਹੈ ਇਸ ਨੂੰ ਵੈਸਟਰਨ ਘਾਟ ਬੋਲਿਆ ਜਾਂਦਾ ਹੈ ਔਰ ਇਹ ਵਾਲਾ ਈਸਟਰਨ ਘਾਟਸ ਹੈ। ਇਹਦੇ 'ਚ ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ? ਵੈਸਟਰਨ ਘਾਟ ਜਿਹੜਾ ਰੈਗੂਲਰ ਹੈ, ਇਹ ਦੇਖੋ ਪੂਰੀ ਤਰ੍ਹਾਂ ਰੈਗੂਲਰ ਹੈ, ਔਰ ਜਦੋਂ ਕਿ ਈਸਟਰਨ ਘਾਟ ਜਿਹੜਾ ਵਿੱਚ ਬਰੋਕ ਹੋਇਆ ਹੈ। ਇਸ ਦੋਨਾਂ ਦੇ ਵਿੱਚ ਇੰਨਾ ਫਰਕ ਹੈ। ਇਸ ਤੋਂ ਇਲਾਵਾ ਜਿਹੜਾ ਈਸਟਰਨ ਘਾਟਸ ਹੈ ਉਹ ਵੈਸਟਰਨ ਘਾਟ ਦੇ ਨਾਲੋਂ ਜ਼ਿਆਦਾ ਚੌੜਾ ਹੈ। ਈਸਟਰਨ ਘਾਟ ਦੀ ਚੌੜਾਈ ਜ਼ਿਆਦਾ ਹੈ ਔਰ ਵੈਸਟਰਨ ਘਾਟ ਦੀ ਜਿਹੜੀ ਚੌੜਾਈ ਘੱਟ ਹੈ, ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹਿਆ। ਤੇ ਇਹਦੇ ਨਾਲ ਹੀ ਜਿਹੜਾ ਇਹ ਬਾਉਂਡਰੀ ਦਿੰਦਾ ਹੈ, ਵੈਸਟ ਵਾਲੀ ਸਾਈਡ ਨੂੰ ਬਾਉਂਡਰੀ ਦੇ ਰਿਹਾ ਹੈ ਵੈਸਟਰਨ ਘਾਟ, ਔਰ ਈਸਟਰਨ ਘਾਟ ਜਿਹੜਾ ਈਸਟ ਸਾਈਡ ਨੂੰ ਬਾਉਂਡਰੀ ਦਿੰਦਾ ਹੈ। ਇਹਨਾਂ ਤੋਂ ਅੱਗੇ ਨਾਲ ਹੀ ਇਸ 'ਤੇ ਕੋਸਟਲ ਪਲਾਨ ਜਿਹੜਾ ਸ਼ੁਰੂ ਹੋ ਜਾਂਦਾ ਹੈ। ਇਹ ਜਿਹੜਾ ਕੋਸਟਲ ਪਲਾਨ ਦਾ ਏਰੀਆ, ਇਸ ਨੂੰ ਕੋਸਟਲ ਏਰੀਆ ਵੀ ਕਿਹਾ ਜਾਂਦਾ ਹੈ। ਸਮੁੰਦਰ ਦੇ ਨਾਲ ਦਾ ਜਿਹੜਾ ਤੱਟ ਹੈ ਇਹ ਵਾਲਾ ਕੋਸਟਲ ਏਰੀਆ ਹੈ, ਰਾਈਟ। ਔਰ ਇੱਥੇ ਹੀ ਜਿਹੜੀਆਂ ਰਿਵਰਸ ਹੈ ਕਵੇਰੀ, ਕ੍ਰਿਸ਼ਨਾ, ਮਹਾਨਦੀ, ਗੋਦਾਵਰੀ, ਇਹ ਰਿਵਰਸ ਇੱਥੇ ਹੀ ਆਪਣਾ ਵਾਟਰ ਜਿਹੜਾ ਬੇ ਆਫ ਬੰਗਾਲ ਦੇ ਵਿੱਚ ਦਿੰਦੀਆਂ ਹਨ, ਰਾਈਟ।
ਨੈਕਸਟ ਅਸੀਂ ਗੱਲ ਕਰਦੇ ਹਾਂ ਇੰਡੀਆ ਹੈਜ਼ 2 ਗਰੁੱਪ ਆਫ ਆਈਲੈਂਡ। ਇੰਡੀਆ ਦੇ ਕੋਲ 2 ਗਰੁੱਪ ਹੈਗੇ ਆ ਆਈਲੈਂਡ ਹੈਗੇ ਆ ਜਿਹੜੇ ਇੰਡੀਆ ਦੇ ਵਿੱਚ ਹੀ ਆਉਂਦੇ ਹੈ। ਥੀਸ ਗਰੁੱਪਸ ਆਰ ਲਕਸ਼ਦਵੀਪ ਆਈਲੈਂਡ ਲੋਕੇਟਡ ਇਨ ਦਾ ਅਰੇਬੀਅਨ ਸੀ ਐਂਡ ਦਾ ਅੰਡੇਮਾਨ ਐਂਡ ਦਾ ਨਿਕੋਬਰ ਆਈਲੈਂਡ ਇਨ ਦਾ ਬੇ ਆਫ ਬੰਗਾਲ। ਕਿਹੜੇ ਕਿਹੜੇ ਹੈਗੇ ਆ ਇੱਧਰ ਅਸੀਂ ਦੇਖ ਲੈਂਦੇ ਹਾਂ। ਇਹ ਹੈ ਲਕਸ਼ਦੀਪ ਜਿਹੜਾ ਕਿ ਅਰੇਬੀਅਨ ਸੀ ਦੇ ਵਿੱਚ ਹੈ, ਔਰ ਇਹ ਹੈ ਅੰਡੇਮਾਨ ਨਿਕੋਬਾਰ ਜਿਹੜਾ ਕਿ ਬੇ ਆਫ ਬੰਗਾਲ ਦੇ ਵਿੱਚ ਹੈ, ਔਰ ਇਹ ਇੰਡੀਆ ਦੇ ਹੀ ਪਾਰਟ ਹੈਗੇ ਆ। ਬੇਸ਼ੱਕ ਇੰਡੀਆ ਤੋਂ ਕਾਫੀ ਡਿਸਟੈਂਸ ਤੇ ਹੈਗੇ ਆ ਪਰ ਇਹ ਦੋਨੋਂ ਹੀ ਇੰਡੀਆ ਦੇ ਪਾਰਟ ਹੈ। ਇਹਨੇ ਇੱਕ ਇੰਡੀਆ ਕੰਟਰੀ ਦਾ ਹੀ ਪਾਰਟ। ਜਿਸ ਟਾਈਮ ਵਰਲਡ ਦੇ ਵਿੱਚ ਸੁਨਾਮੀ ਲਹਿਰਾਂ ਆਈਆਂ ਉਸ ਟਾਈਮ ਜਿਹੜੇ 2 ਆਈਲੈਂਡ ਹੈਗੇ ਆ ਲਕਸ਼ਦਵੀਪ ਆਈਲੈਂਡ ਔਰ ਜਿਹੜਾ ਅੰਡੇਮਾਨ ਨਿਕੋਬਾਰ ਆਈਲੈਂਡ, ਇਹਨਾਂ ਨੂੰ ਕਾਫੀ ਡਿਫਿਕਲਟੀਜ਼ ਜਿਹੜੀਆਂ ਫੇਸ ਕਰਨੀਆਂ ਪਈਆਂ। ਸੁਨਾਮੀ ਲਹਿਰਾਂ ਕੀ ਸੀ, ਜਦੋਂ ਸਮੁੰਦਰ ਦੇ ਤਲ ਦੇ ਉੱਪਰ ਭੂਚਾਲ ਆਉਂਦਾ ਹੈ ਤੇ ਜ਼ਮੀਨ ਖਿਸਕਦੀ ਹੈ ਤੇ ਉਸ ਨਾਲ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਕਾਫੀ ਉੱਚੀਆਂ ਉੱਠਦੀਆਂ ਹਨ, ਤੇ ਇਹ ਸਮੁੰਦਰ ਦੀਆਂ ਜਿਹੜੀਆਂ ਉੱਚੀਆਂ ਉੱਠੀਆਂ ਛੱਲਾਂ ਸਨ ਤੇ ਇਹਨਾਂ ਨੇ ਬਹੁਤ ਸਾਰੀ ਕੰਟਰੀਜ਼ ਨੂੰ ਨੁਕਸਾਨ ਪਹੁੰਚਾਇਆ ਸੀ। ਸਪੈਸ਼ਲੀ ਜਿਹੜੇ ਆਈਲੈਂਡ ਸੀ ਜਿਹੜੇ ਚਾਰੇ ਤਰਫ ਤੋਂ ਪਾਣੀ ਨਾਲ ਘਿਰੇ ਹੋਏ ਸੀ, ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਤੇ ਇਸੇ ਤਰ੍ਹਾਂ ਹੀ ਸਾਡੀ ਕੰਟਰੀ ਦੇ ਵਿੱਚ ਵੀ ਜੋ ਸਮੁੰਦਰ ਦੇ ਨਾਲ ਲੱਗਦੇ ਸਟੇਟ ਸਨ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਪੈਸ਼ਲੀ ਜਿਹੜੇ ਆਈਲੈਂਡ ਹੈਗੇ ਇਹਨਾਂ ਨੂੰ ਕਾਫੀ ਡਿਫਿਕਲਟੀਜ਼ ਜਿਹੜੀਆਂ ਫੇਸ ਕਰਨੀਆਂ ਪਈਆਂ ਸਨ। That was all about this topic. If you want more video like this, please subscribe my channel and don't forget like and share. We will meet you in the next video lecture. Till then, keep learning and goodbye.